निर्गुणियार आनया सो प्रभ सदा समाल। जिन किया तिस चीत रख, जिन किया तिस चीत रख। नानक निभही नाल, नानक निभही नाल। श्री गुरु ग्रंथ साहिब महाराज जी की पावन हजूरी अंदर जुड़ बैठी साध संगत जी, गुरु जी वालों बख्शी हुई फतेह नाल सांझ पाओ। वाहिगुरु जी का खालसा, वाहिगुरु जी की फतेह। कल दे दीवाना दे अंदर सिद्ध गोष्ठ की पावन बाणी चों नाम दे विषय दे उत्ते असीं गल कर रहे सी। भावें कि गुरबाणी विच नाम दे कई अर्थ आए ने, कई अर्थां दे विच नाम नूं लिया गया है। जिथे जपना नाम है उथे विचारना भी नाम है। पर मनुख दी अपनी अपनी बुद्धि का हिसाब है। किसी नूं नाम विचारण दे अर्थां विच चंगा लगता है, किसी नूं नाम ज्ञान दे अर्थां विच चंगा लगता है, और किसी नूं नाम पढ़न दे अर्थां विच चंगा लगता है, किसी नूं नाम जपण दे अर्थां विच चंगा लगता है। इत्थे ये सवाल खड़ा होंदा है, ये वख-वख अर्थां विच क्यों है? इहदा कारण है, जिवें साडे सामने एक दरख्त होए, एक रुख होए, हरेक मनुख की उस नूं वेखण दी दृष्टि आपो अपनी है। अगर एक लकड़हारा दरख्त दे कोल जांदा है, लकड़हारे नूं दरख्त दे विच फल नहीं विखणगे, उन्होंने उहदी खूबसूरती नहीं विखेगी। लकड़हारे नूं सिर्फ ते सिर्फ उस दरख्त दीयां लकड़ां विखणगियां। जे उन्होंने कोई आखे ये दरख्त बड़ा खूबसूरत है, कहना नहीं, इहदियां लकड़ां बड़ियां मोटियां ने, वो इत्थों तक खड़ा है। हर एक चीज़ नूं वेखण दी मनुख दी आपो अपनी दृष्टि है। हर एक शब्द नूं वेखण दी आपो अपनी दृष्टि है। और मैं कह दिया दुनिया नूं वेखण दी हर एक मनुख दे अपने अपने लॉजिक ने, आपो अपनी दृष्टि है। एवें जिहड़ा नाम शब्द है, किसी की दृष्टि है ये विचारना है। कोई कहता है जपना है, पर गुरु साहब जी ने इनू सारिया अर्थों में ही प्रवान किया। महाराज तो इन्ना भी कहते ने, अगर मैनू नाम ना मिले मैं जीवांगा ही नहीं। उस दिन ये समझ लो मेरी मौत है जिस दिन नाम ना मिले। हुण इत्थे नाम दे जे अर्थ लाइए इस पंक्ति, नानक नाम मिले तां जीवा, तन मन थीवै हरिया। इत्थे दो चीज़ों की गल की, सिर्फ नाम मिल जाए, तन ते मन दोवें दे दोवें हरे हो जाते हैं।
ਹੁਣ ਹਰੇ ਸ਼ਬਦ ਦਾ ਮਤਲਬ ਹੈ ਜਿਵੇਂ ਪ੍ਰਕਿਰਤੀ ਪਾਣੀ ਦੇ ਨਾਲ ਖਿੜ ਉੱਠਦੀ ਹੈ, ਨਾਮ ਦੇ ਨਾਲ ਮਨੁੱਖ ਦਾ ਬੱਝਾ ਹੋਇਆ ਮਨ ਆਜ਼ਾਦ ਹੋ ਜਾਂਦਾ ਹੈ। ਹਾਲੇ ਤਾਈਂ ਵੇਖੀਏ ਹਰੇਕ ਮਨੁੱਖ ਦਾ ਮਨ ਭਾਰ ਢੋ ਰਿਹਾ, ਵਜਨ ਢੋ ਰਿਹਾ। ਹਰੇਕ ਮਨੁੱਖ ਦੇ ਸਿਰ 'ਤੇ ਕੋਈ ਨਾ ਕੋਈ ਵਜਨ ਹੈ। ਉਹਦੀ ਜ਼ਿੰਦਗੀ ਦੇ ਵਿੱਚ ਕੋਈ ਆਨੰਦ ਨਹੀਂ। ਸਭ ਕੁਝ ਖਾ ਵੀ ਰਿਹਾ, ਪੀ ਵੀ ਰਿਹਾ, ਰਹਿ ਵੀ ਰਿਹਾ, ਪਰਿਵਾਰ ਵਿੱਚ ਸਭ ਕੁਝ ਹੈ, ਪਰ ਆਨੰਦ ਨਹੀਂ ਹੈ। ਉਹਦਾ ਕਾਰਨ ਕੀ ਹੈ? ਵਜਨ। ਜਿਵੇਂ ਐਵੇਂ ਸਮਝੋ ਇੱਕ ਪਸ਼ੂ ਹੋਏ, ਬੈਲ ਗੱਡੀ ਹੋਏ, ਬੈਲ ਗੱਡੀ ਦੇ ਉੱਤੇ ਸੋਨਾ ਲੱਦਿਆ ਹੋਏ, ਜਿਹੜਾ ਉਹਨੂੰ ਖਿੱਚ ਰਿਹਾ ਨਾ ਸੋਨੇ ਵਾਲਾ, ਉਹਨੂੰ ਇਹ ਪੁੱਛਿਆ ਜਾਏ ਤੂੰ ਤੇ ਬੜੇ ਆਨੰਦ ਵਿੱਚ ਹੋਏਗਾ, ਜਿਹੜਾ ਉਹਨੂੰ ਖਿੱਚ ਰਿਹਾ ਬੈਲ, ਬੈਲ ਕਹੇਗਾ ਨਾ ਮੈਨੂੰ ਤੇ ਕੋਈ ਆਨੰਦ ਨਹੀਂ, ਮੈਂ ਤੇ ਥੱਕ ਗਿਆ। ਕਹਿੰਦੇ ਕਿਉਂ? ਸੋਨੇ ਨੂੰ ਖਿੱਚ ਰਿਹਾ ਤੂੰ? ਕਹਿੰਦੇ ਖਿੱਚ ਤੇ ਰਿਹਾ ਭਾਵੇਂ ਸੋਨਾ ਹੀ ਕਿਉਂ ਨਹੀਂ ਹੈ। ਗੱਲ ਖਿੱਚਣ ਦੀ ਹੈ। ਕਹਿੰਦਾ ਮੈਂ ਇਹਨੂੰ ਵਰਤ ਨਹੀਂ ਰਿਹਾ, ਖਿੱਚ ਰਿਹਾ। ਐਵੇਂ ਇਹ ਜਿਹੜਾ ਸਾਨੂੰ ਸਰੀਰ ਮਿਲੇ, ਅਸੀਂ ਇਹਨੂੰ ਵਰਤ ਨਹੀਂ ਰਹੇ, ਖਿੱਚ ਰਹੇ ਹਾਂ। ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ, ਕਹਿੰਦੇ ਬੜੇ ਘੱਟ ਲੋਕ ਨੇ ਕੋਈ ਸੜਕ ਦੇ ਉੱਤੇ ਲਾਸ਼ ਲੈ ਕੇ ਤੁਰਦਾ ਹੋਏ, ਸਿੱਧਾ ਘਰੋਂ ਜਾਂਦਾ ਹੈ, ਸ਼ਮਸ਼ਾਨ ਘਾਟ 'ਚ ਸਾੜ ਦਿੰਦੇ ਨੇ। ਗੁਰਬਾਣੀ ਕਹਿੰਦੀ ਹੈ ਮਨੁੱਖ ਕੋਲ ਗਿਆਨ ਹੁੰਦਿਆਂ ਵੀ, ਮਨੁੱਖ ਦੇ ਕੋਲ ਸਾਰੇ ਪਦਾਰਥ ਹੁੰਦਿਆਂ ਵੀ, ਕਈ ਵਾਰੀ ਐਸਾ ਹੁੰਦਾ ਹੈ ਸਾਰੀ ਉਮਰ ਉਸ ਨੂੰ ਆਪਣਾ ਸਰੀਰ ਹੀ ਖਿੱਚਣਾ ਪੈਂਦਾ, ਆਪਣੀ ਲਾਸ਼ ਖੁਦ ਖਿੱਚਣੀ ਪੈਂਦੀ ਹੈ ਸਾਰੀ ਉਮਰ। ਇਹ ਸ਼ਬਦ ਹੈ ਗੁਰਬਾਣੀ ਵਿੱਚ, ਕਿਉਂਕਿ ਅੰਦਰ ਹਜੇ ਰਸ ਨਹੀਂ ਹੈ ਤਾਂ ਖਿੱਚਣੀ ਪੈ ਰਹੀ ਹੈ। ਅੰਦਰ ਨਾਮ ਨਹੀਂ ਹੈ। ਨਾਮ ਦਾ ਮਤਲਬ ਇੱਥੇ ਗਿਆਨ ਹੈ, ਔਰ ਗਿਆਨ ਵੀ ਇਹ ਨਹੀਂ ਇਹ ਬਾਹਰੀ ਨਾ, ਗਿਆਨ ਹੈ ਅਨੁਭਵ। ਜੋ ਕੁਝ ਅਸੀਂ ਪੜ੍ਹਿਆ ਹੈ ਉਹਦੇ ਪ੍ਰਤੀ ਸਾਡਾ ਪ੍ਰੈਕਟੀਕਲ ਨਹੀਂ ਹੈ, ਸਾਨੂੰ ਅਨੁਭਵ ਹੀ ਨਹੀਂ ਹੋਇਆ। ਕਿਉਂ? ਜਿਸ ਲੈਵਲ 'ਤੇ ਜੋ ਬੋਲ ਰਿਹਾ ਹੈ ਉਨੇ ਲੈਵਲ 'ਤੇ ਹਜੇ ਸਾਡੀ ਜਿਹੜੀ ਮਾਨਸਿਕ ਅਵਸਥਾ ਉਹ ਪਹੁੰਚੀ ਨਹੀਂ। ਕਈ ਵਾਰੀ ਫਿਰ ਮਨੁੱਖ ਨੂੰ ਨਿਤਨੇਮ ਵੀ ਕਰਨਾ ਪੈਂਦਾ ਹੈ। ਆਪਾਂ ਕਹਿੰਦੇ ਹਾਂ ਮੈਂ ਨਿਤਨੇਮ ਕਰ ਲਵਾਂ, ਜਿਹਨੂੰ ਹਜੇ ਨਿਤਨੇਮ ਕਰਨਾ ਪੈ ਰਿਹਾ, ਮਾਫ਼ ਕਰਨਾ, ਉਹਦੀ ਜ਼ਿੰਦਗੀ ਵਿੱਚ ਹਜੇ ਕੋਈ ਰਸ ਨਹੀਂ ਹੈ। ਕਈਆਂ ਨੂੰ ਸੁਖਮਣੀ ਸਾਹਿਬ ਹਜੇ ਕਰਨਾ ਪੈਂਦਾ ਹੈ। ਜਦੋਂ ਤੋਂ ਸੁਖਮਣੀ ਸਾਹਿਬ ਕਰਨਾ ਪੈ ਰਿਹਾ ਉਦੋਂ ਤੋਂ ਜ਼ਿੰਦਗੀ ਆਨੰਦ ਵਿੱਚ ਨਹੀਂ ਹੈ। ਜਿਸ ਦਿਨ ਸੁਖਮਣੀ ਸਾਹਿਬ ਹੋਣ ਲੱਗ ਪਏ, ਹੋਏਗਾ ਕਦੋਂ? ਜਦੋਂ ਅੰਦਰੋਂ ਮਨ ਉਹਦੇ ਨਾਲ ਸਹਿਮਤ ਹੋ ਜਾਏ। ਜਿਸ ਚੀਜ਼ ਨਾਲ ਮਨ ਸਹਿਮਤ ਹੋ ਜਾਂਦਾ ਹੈ ਉਸ ਨੂੰ ਕਰਨ ਲੱਗਿਆ ਇਸ ਨੂੰ ਬਹੁਤ ਆਨੰਦ ਹੁੰਦਾ ਹੈ। ਜਿਸ ਚੀਜ਼ ਦੇ ਨਾਲ ਮਨੁੱਖ ਦਾ ਮਨ ਸਹਿਮਤ ਹੋ ਜਾਂਦਾ ਹੈ, ਲੱਖਾਂ ਮੁਸ਼ਕਲਾਂ ਸਹਿਣ ਕਰਕੇ ਵੀ ਮੁਸ਼ਕਲਾਂ ਉਹਦੇ ਵਾਸਤੇ ਕੁਝ ਨਹੀਂ ਨੇ, ਆਨੰਦ ਸਭ ਕੁਝ। ਮੈਂ ਕਹਿ ਦਿਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਮਨ ਸਹਿਮਤ ਹੈ ਦੂਜੇ ਦਾ ਭਲਾ ਕਰਨ 'ਚ। ਮਨ ਸਹਿਮਤ ਹੈ ਕਿਸੇ ਚੀਜ਼ ਤੋਂ ਕਿਸੇ ਦਾ ਭੈ ਲੈ ਕੇ ਨਹੀਂ ਜਿਉਣਾ, ਸਹਿਮਤ ਹੈ। ਸਿਰਫ ਇਸ ਚੀਜ਼ ਦੇ ਨਾਲ ਮਨ ਸਹਿਮਤ ਹੈ, ਅੰਦਰ ਦਇਆ ਹੈ, ਸਾਰਾ ਕੁਝ ਹੈ। ਇਸ ਕਰਕੇ ਮਾਛੀਵਾੜੇ ਦੀਆਂ ਮੁਸ਼ਕਲਾਂ ਉਹਨਾਂ ਨੂੰ ਕੁਝ ਨਹੀਂ ਲੱਗ ਰਹੀ। ਆਨੰਦਪੁਰ ਛੱਡਣਾ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ। ਕਾਰਨ ਆਨੰਦਪੁਰ ਉਹ ਚੀਜ਼ ਹੈ ਜਿੱਥੇ ਸਾਰੀਆਂ ਸੁੱਖ ਸੁਵਿਧਾਵਾਂ ਨੇ। 5 ਕਿਲੇ ਨੇ, 5 ਕਿਲਿਆਂ ਦੇ ਵਿੱਚ ਕਿੰਨਾ ਕੁਝ ਹੋਏਗਾ, ਪਰ 5 ਕਿਲੇ ਛੱਡਣੇ ਮਨਜ਼ੂਰ ਨੇ। ਕਿਉਂ? ਕਿਲਿਆਂ ਨਾਲ ਮਨ ਸਹਿਮਤ ਨਹੀਂ ਹੈ, ਰਾਜ ਨਾਲ ਮਨ ਸਹਿਮਤ ਨਹੀਂ ਹੈ, ਮਨ ਸਹਿਮਤ ਦਇਆ ਨਾਲ ਹੈ। ਉਹਦੇ ਪਿੱਛੇ ਕਿਲੇ ਵੀ ਛੱਡਣੇ ਪੈ ਜਾਣ ਕੋਈ ਵੱਡੀ ਗੱਲ ਨਹੀਂ।
जिस चीज़ दे नाल मनुख दा मन सहमत हो जाता है ਉਹਦੇ वास्ते वो बड़ियां मुश्किलां झल सकदा। और साडे सामने दुनिया ते वड्डे वड्डे उदाहरण पे हैं। इस करके गुरबाणी कहती है जदों नाम दे नाल मनुख जुड़ जाता है, ਇਹਦਾ मन जुड़ जाता है। नाम दे नाल मतलब है पृथ्वी दे हुक्म दे नाल। ਜਦੋਂ ਮਨੁੱਖ ਨੂੰ ਇਹ ਪਤਾ ਲੱਗ ਜਾਂਦਾ ਹੈ ਜੋ ਕੁਝ ਹੋ ਰਿਹਾ ਹੈ ਇਹਦੇ ਪਿੱਛੇ ਕੁਝ ਨਾ ਕੁਝ ਹੈ, ਐਵੇਂ ਨਹੀਂ ਹੋ ਰਿਹਾ। ਦੁਨੀਆ ਤੇ ਕੋਈ ਵੀ ਚੀਜ਼ ਹੋ ਰਹੀ ਹੈ ਨਾ ਉਹਦੇ ਪਿੱਛੇ ਕਾਰਨ ਹੈ, ਹਰੇਕ ਚੀਜ਼ ਦੇ ਪਿੱਛੇ। ਔਰ ਇਸ ਕਾਰਨ ਦੀ ਖੋਜ ਨੂੰ ਲੱਭਦਿਆਂ ਸਾਡੀ ਪ੍ਰਿਥਵੀ ਤੇ ਵੱਡੇ ਵੱਡੇ ਵਿਗਿਆਨੀਆਂ ਨੇ ਬੜੇ ਵੱਡੇ ਲਾ ਲੱਭੇ ਨੇ कारण पिछे। क्योंकि बाहर की खोज भी कारण ते टिकी है, जिन्हों ने अंदर की खोज की वो भी कारण ते की है। मैनू दुख लगे है, दुख का कारण की है? जिंदगी में आनंद नहीं है, इसका कारण की है? गुरबाणी ने दसिया। उन्होंने कारण भी लभ्या है। किसी ने दरख्त के उत्तों सेब डिग्या, थले डिगण का कारण की है? कितना मन गंभीर होएगा उसका। जेड़ा मनुख धरती ते होण वालियां अनसुखावी घटना नूं वेख रहा है कितना गंभीर है। इसका मतलब धरती दे उत्ते जेड़े होर रस चल रहे ने उन्हां विच ते उहदा मन नहीं है। जदों धरती दियां रसां तो इन्हां रसां तो मन साइड च हो जाता है उस दिन वो गंभीर होता है, उस तो पहला नहीं। उस तो पहला तो विद्वान मानते ने मनुख खाना इसलिए रात को ज़्यादा खा लेंदा है, शायद तमस दे विच वो जीना चाहता है इसलिए ज़्यादा खा लेंदा है, रात को बस आनंद नाल प्यार मता उठ ना जावा, नींद चों उठना नहीं चाहता। इस करके रात को आम असीं वेखदे हां अज तो मैं बहुत पेट भर के खादा, बहुत आनंद आ गया, उत्ते अंदर खाली जगह ही नहीं छड्डनी चाहता। क्यों? अगर कुछ खाली रह गया विचार आएगा दिमाग च, क्योंकि जेड़ा पदार्थ है उहदे विच इन्ना नशा है, अंदर जाके इन्नी साडे जांदा है, उहदा नशा मनुख नूं सवा दिंदा है, जागदा ही नहीं। एवें पदार्थां दा नशा, बाहरी पदार्थां दा नशा मनुख गहरी नींद में सवा दिता है, मनुख नूं जागदा ही नहीं। दुनिया के उत्ते किड्डा सोहना वातावरण है, कदे इनू वेख के आनंद ही नहीं आया। गुरु नानक साहब तो कहते ने मैनू हवा वेख के भी आनंद आ रहा है, विस्माद नाद। दुनिया ते वख वख तरह के परमात्मा ने धवनियां बनाइया ने, अड अड पक्षी गा रहे ने, बड़ा आनंद आ रहा है इन्होंने सुन के। हुण जे कोई आम मनुख के इहदे विच की आनंद है, जिहदा मन हजे अंदरों आनंदित नहीं होया, आपां लाए ने शो वास्ते। कोई मनुख ऐसा इन्ना होए वो कहेगा ये की है, वैसे चौके मोती जो लाए ने विच बल्ब लाए ने, ये भी कुछ है, इहदे नाल की सजावट हो रही है? ऐसा भी मनुख सोच सकता है। मैं फिर उस गल ते आवां, एक चीज़ एक दरख्त नूं वेखण दा नज़रिया आपो अपना। दुनिया दे विच जदों तई मनुख दे अंदर नाम नहीं, उहदे अंदर रहस नहीं, बाणी कहंदी जिउंदा ही मरिया है, जिउंदा ही। गुरबाणी ने 5 गुणां दा जिक्र किया है, आपने बड़ी पढ़ी भी होएगी बाणी विच। अत सुंदर कुलीन चतुर, कुलीन मतलब वड्डी कुल वाला होए, चतुर का मतलब सियाणा भी बहुत हो। अत सुंदर कुलीन चतुर मुख ज्ञानी धनवंत, ज्ञानी भी होए धनवंत भी होए। मृतक कहिए है नानका जह प्रीत नहीं भगवत। महाराज इन्ने 5 गुणों वाला मृतक बन जाएगा? कहते हाँ, उन्होंने अपना शरीर ढाउना पेगा सारी उम्र, भावें बहुत वड्डा ज्ञानी भी है
आत्म ज्ञानी नहीं है, बाहरों ज्ञानी तो दुनिया है। बाहरों ज्ञान इकट्ठा किया जा सकता है, पर गुरबाणी कहती है ज्यों ज्यों मनुख बाहरों ज्ञान इकट्ठा करता है ਉਹਦੇ अंदर हंकार भी आ जाता है, ਉਹਦੇ अंदर लोभ भी आ जाता है ज्ञान का, क्रोध भी आता है ज्ञान करके। कभी ये भी नोट करना, मनुख नूं क्रोध ज्ञान करके आता है। अज्ञानी नूं काहदा क्रोध है, निमाणे नूं काहदा क्रोध आउणा है। एक रोड़ा पिया है, ठुड्डा मारो, रोड़े नूं पता मैं निर्जीव हाँ, मैनूं काहदा क्रोध। क्रोध किहनूं आएगा? जिस नूं अपनी हस्ती ते माण होएगा ਉਹਨੂੰ आएगा। जिस नूं अपनी हस्ती ते माण नहीं ਉਹਨੂੰ कोई क्रोध नहीं। कभी नोट करना, जिस नूं एवें लगे मैं हाँ ਉਹਨੂੰ मेरे कोल कुछ है ਉਹਨੂੰ क्रोध आएगा। एक गड्डी विच जांदे होइए मनुख थोड़ा तकड़ा होए, नाल ਉਹਦੇ 2-4 जने भी होण, कोई वैसे ही लाइट मार के निकल जाए ना, क्रोध बड़ा होता है। क्यों निकल गया? क्यों? वो क्रोध का कारण की है? आप भी तकड़ा, नाल 4 जने भी बैठे ने। कोई गुरुद्वारे आया है, कई बारी मनुख ये कहता है, मस्कीन जी क्या करते सी, कहते एक मनुख मैनू रोज़ आके शीशगंज साहब क्या करे, मस्कीन जी मैं तो संगत के चरणों की धूड़ हाँ। कहते मैं वो अंदरले मन नूं जान रहा सी भी ये धूड़ नहीं है, ये धूड़ शब्द भी अपने मान नूं वधाउण वास्ते वरत रहे हैं। कई मनुख दास शब्द भी, मैं तो संगत का दास हाँ, गुरु पंथ का दास हाँ, गुरु पंथ का दास भी तां वरत रहे गुरु पंथ के सिर ते बहण लई। दास शब्द इसलिए नहीं वरत रहा मैं बहुत निमाणा, नहीं। दास इसलिए वरत रहे, संगत कहेगी अपने आप को बड़ा नीवा रखते हैं। कहते मैनू रोज़ आके क्या करे, कहते मस्कीन जी मैं संगत के चरणों की धूड़ हाँ। कहते एक दिन वो मेरे को निकलिया 5वें-7वें दिन, उन्हें फिर कहा, कहते मैं उन्होंने क्या तू है भी धूड़, इस तो वध तू है भी कुछ नहीं, तेरे को की है, सही कहना है तू, तू धूड़ तो वध है भी कुछ। कहते मेरे नाल 5-7 दिन नहीं बोलिया, कारण हंकार नूं सट वजी। वो धूड़ शब्द लई भी इसलिए वरत रहा सी, मैं विखावां इसनूं भी मैं बहुत निमाणा हाँ। उस निमाणे नूं भी सट वजी, कारण अंदरली होमे एक कह रही सी मैं कुछ हाँ। इत्थे बहुत संगत आउंदी है, किसी नूं उवें कह दे मनुख मैं मूर्ख हाँ, जे इत्थे संगत विच आवाज़ मारीए मूर्खा उरा, मैं किहड़े बन्नों मूर्ख, नालों नाल अंदर जो इकट्ठा किया जाग पेगा। ये उदों तो ही अपने आप को मूर्ख कह के भी मनुख ज्ञानी सिद्ध करना चाहता है अपने आप को। किड्डी वड्डी गल है। अपने आप को निर्लोभी कह के भी अपने आप को ज्ञानी, अपने आप को लोभी कह के भी ज्ञानी सिद्ध करना चाहता है। मैं तो लोभी हाँ जी, क्यों? जी उन्होंने कहते हाँ तू वाकया च ही लोभी है, सारे परिवार नूं खा गया, कहता मैं किधरों लोभी हाँ, कल तो तू कह रहा सी। मनुख अपने आप नूं लोभी कह के भी ज्ञानी सिद्ध करना चाहता है। किड्डी औगुणा तो भी गुणवान बनना चाहता है। मैं फिर बेनती करा, मनुख के अंदर जदों तई हंकार है, क्रोध है, उदों तई ज्ञान नहीं है। गुरबाणी कहती है हुण नाम जपण दे नाल की होएगा, कहते अगर मनुख वाहिगुरु वाहिगुरु की धुन अपने अंदर पैदा करे, क्यों ये धुन दे नाल की होएगा? क्योंकि ये जिहड़ी धुन है, जिसने ये शब्द नूं ईजाद किया होएगा, वाहिगुरु दे अर्थ असीं डायरैक्टली नहीं किताबां विचों पढ़ सकते हैं, नहीं अर्थ पढ़े जा सकते हैं किताब, पर वो जिहड़ी धुन है इस शब्द दे पिछे, क्योंकि असल दे विच वो धुन ही तो है जिसने सानू उस धुन दे विच मिलाना है। शब्द तो असीं बनाए ने, बोलियां असीं बनाइयां ने, रब ने नहीं बनाइयां। और बोलियां कादे लई बनाइयां ने? बोलियां इसलिए बनाइयां ने असीं
ਮਨੁੱਖ ਦੀ ਧੁਨਾਂ ਤੇ ਹੀ ਅਪੜ ਸਕੀਏ। ਅਸੀਂ ਕਈ ਵਾਰੀ ਸ਼ਬਦ ਉਹੀ ਹੁੰਦੇ ਨੇ, ਸਿਰਫ ਉਹਨਾਂ ਦੀ ਧੁਨ ਬਦਲ ਦਿੰਦੇ ਆ, ਸ਼ਬਦ ਦੀ ਰੰਗਤ ਹੀ ਬਦਲ ਜਾਂਦੀ ਹੈ ਸਿਰਫ ਧੁਨ ਬਦਲਣ ਦੇ ਨਾਲ। ਇਸ ਕਰਕੇ ਜਿਹੜੀ ਇਹ ਵਾਹਿਗੁਰੂ ਦੀ ਧੁਨ ਹੈ, ਜਿਉਂ-ਜਿਉਂ ਅਸੀਂ ਇਹਨੂੰ ਬਾਰ-ਬਾਰ ਬੋਲਦੇ ਰਹਾਂਗੇ, ਇਹ ਵਾਹਿਗੁਰੂ ਦਾ ਮਤਲਬ ਅਚਰਜਤਾ, ਉਸ ਅਚਰਜਤਾ ਵਿੱਚ ਸਾਨੂੰ ਲੈ ਜਾਏਗੀ ਇਹ ਧੁਨ ਬਾਰ-ਬਾਰ ਕਹਿਣ ਨਾਲ। ਤਾਂ ਕਰਕੇ ਕਿਹਾ ਜਾਂਦਾ ਹੈ ਵਾਹਿਗੁਰੂ ਮੰਤਰ ਬਾਰ-ਬਾਰ ਕਹੋ। ਇਸ ਕਰਕੇ ਕਿਹਾ ਜਾਂਦਾ ਹੈ ਗੁਰਬਾਣੀ ਬਾਰ-ਬਾਰ ਪੜ੍ਹੋ, ਕਿਉਂਕਿ ਗੁਰਬਾਣੀ ਦੇ ਵਿੱਚ ਧੁਨਾਂ ਨੇ। ਬਾਰ-ਬਾਰ ਪੜ੍ਹਦਿਆਂ ਉਹ ਧੁਨਾਂ ਸਾਨੂੰ ਉਸ ਧੁਨ 'ਤੇ ਲੈ ਜਾਣਗੀਆਂ, ਉਸ ਰਹੱਸ 'ਤੇ ਲੈ ਜਾਣਗੀਆਂ ਜਿਸ ਰਹੱਸ ਦੇ ਵਿੱਚੋਂ ਉਹ ਸ਼ਬਦ ਨਿਕਲਿਆ। ਜਿਹੜੀ ਦ੍ਰਿਸ਼ਟੀ ਦੇ ਨਾਲ ਬਾਣੀ ਕਹਿ ਰਹੀ ਹੈ, ਮੰਨ ਲਓ ਬਾਣੀ ਦਾ ਇਹ ਸ਼ਬਦ ਹੈ, ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸਮਾਲ। ਹੁਣ ਜਿਸ ਗੰਭੀਰਤਾ ਦੇ ਨਾਲ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਸਾਡੀ ਧੁਨ ਥੋੜ੍ਹੀ ਨਾ ਉੱਥੋਂ ਤੇ ਅਪੜੀ ਹੈ, ਪਰ ਵਾਹਿਗੁਰੂ ਕਹਿੰਦਿਆਂ ਇੱਕ ਦਿਨ ਅਚਰਜਤਾ ਪੈਦਾ ਹੋ ਜਾਏਗੀ। ਫਿਰ ਜਿਸ ਦਿਨ ਅਸੀਂ ਵੀ ਨਿਰਗੁਣਿਆਰ ਇਆਨਿਆ ਕਹਾਂਗੇ, ਜਿਸ ਦਿਨ ਉਹ ਮਨੁੱਖ ਵੀ ਨਿਰਗੁਣਿਆਰ ਇਆਨਿਆ ਦਾ ਸ਼ਬਦ ਪੜ੍ਹੇਗਾ, ਉਹਦੇ ਸਿਰਫ ਇਹ 2 ਲਾਈਨਾਂ ਪੜ੍ਹਨ ਵਿੱਚ ਹੀ ਕਿਸੇ ਦਾ ਭਲਾ ਹੋ ਜਾਏਗਾ। 2 ਲਾਈਨਾਂ, ਕਿਉਂਕਿ ਅਸਲ ਦੇ ਵਿੱਚ ਮਨੁੱਖ ਦੇ ਅੰਦਰ ਦੀ ਧੁਨ ਬੈਠੇ ਹੋਇਆਂ ਨੂੰ ਵੀ ਬਾਣੀ ਤੇ ਇਹ ਕਹਿੰਦੀ ਹੈ, ਕਿਸੇ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਧੁਨ ਹੋਏ, ਉਹਦੇ ਕੋਲ ਬੈਠਿਆਂ ਨੂੰ ਵੀ ਪ੍ਰਭਾਵਿਤ ਕਰ ਦਿੰਦੀ ਹੈ। ਕਹਿੰਦੇ ਉਹਦੇ ਸਰੀਰ ਦੀ ਤੇ ਕੀ ਗੱਲ ਹੈ, ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਗੋਗ੍ਰਾਮ। ਉਸ ਮਨੁੱਖ ਦੀ ਤੇ ਕੀ ਗੱਲ ਹੈ, ਸਾਰੇ ਦਾ ਸਾਰਾ ਸ਼ਹਿਰ ਹੀ ਪਵਿੱਤਰ ਹੋ ਜਾਏਗਾ। ਐਸਾ ਵੀ ਹੁੰਦਾ ਹੈ, ਸਿਰਫ ਉਸ ਦੇ ਅੰਦਰ ਉਹ ਧੁਨ ਹੋਣੀ ਚਾਹੀਦੀ ਹੈ। ਬਾਣੀ ਕਹਿੰਦੀ ਹੈ ਨਾਮ ਰਤੇ ਜੋਗ ਜੁਗਤ ਵਿਚਾਰ। ਸਿਰਫ ਮਨੁੱਖ ਨਾਮ ਜਪਦਾ ਰਹੇ, ਉਸ ਨੂੰ ਪਰਮੇਸ਼ਰ ਦੇ ਨਾਲ ਜੋਗ ਜੁੜਨ ਦਾ ਤਰੀਕਾ ਪਤਾ ਲੱਗ ਜਾਂਦਾ ਹੈ। ਭਾਈ ਗੁਰਦਾਸ ਜੀ ਇੱਕ ਗੱਲ ਕਹਿੰਦੇ ਨੇ, ਕਹਿੰਦੇ ਪਰਮੇਸ਼ਰ ਦੇ ਰਾਹ 'ਤੇ ਅਸੀਂ ਤੁਰੇ ਹਾਂ, ਸਾਨੂੰ ਅਗਲਾ ਰਾਹ 'ਤੇ ਪਤਾ ਹੀ ਨਹੀਂ ਜਾਣਾ ਕਿਵੇਂ। ਫਿਰ ਨੂੰ ਇੱਕ ਤਰੀਕਾ ਦੱਸਦੇ ਨੇ, ਦੁਨੀਆ ਦੇ ਉੱਤੇ ਗਿਆਨ ਦਾ ਇੱਕ ਤਰੀਕਾ ਦੱਸਦੇ ਨੇ, ਬੜਾ ਬਾਕਮਾਲ ਹੈ। ਕਹਿੰਦੇ ਗੁਰਮੁਖ ਖੋਜ ਅਗੰਮ ਹੈ, ਜਿਉਂ ਜਲ ਅੰਦਰ ਮੀਨ ਤਰੰਦਾ। ਸਰੋਵਰ ਦੇ ਵਿੱਚ ਕਦੇ ਵੀ ਰਾਹ ਨਹੀਂ ਬਣੇ ਹੁੰਦੇ, ਕਦੀ ਵੇਖਣ ਮਛਲੀਆਂ ਦੇ ਰਾਹ ਨਹੀਂ ਹੁੰਦੇ। ਮਛਲੀਆਂ ਇੱਕ ਕੋਨੇ ਤੋਂ ਦੂਜੇ ਕੋਨੇ 'ਤੇ ਜਾ ਸਕਦੀਆਂ ਨੇ, ਪਰ ਵਿੱਚ ਸੜਕ ਨਹੀਂ ਹੈ। ਫਿਰ ਕਿਵੇਂ? ਜਦੋਂ ਚੱਲਦੀਆਂ ਨੇ ਰਾਸਤੇ ਬਣਦੇ ਨੇ। ਮਨੁੱਖ ਵਾਹਿਗੁਰੂ ਵਾਹਿਗੁਰੂ ਕਹੀ ਜਾਂਦਾ ਹੈ, ਰੋਜ਼ ਰੋਜ਼ ਉਹਦੀ ਮਾਨਸਿਕ ਅਵਸਥਾ ਬਦਲਦੀ ਜਾਂਦੀ ਹੈ। ਮੈਂ ਇਵੇਂ ਕਹਿ ਦਿਆਂ, ਇੱਡੀ ਮਾਨਸਿਕ ਅਵਸਥਾ ਬਦਲ ਜਾਂਦੀ ਹੈ, ਇਹ ਦੇਹ ਨੂੰ ਵੀ ਮਿੱਟੀ ਦੱਸਣ ਲੱਗ ਪੈਂਦਾ ਹੈ। ਜਿਨ੍ਹਾਂ ਨੇ ਇੰਨਾ ਡੂੰਘਾ ਇਸ ਸਰੀਰ ਨੂੰ ਵੇਖਿਆ, ਆਪਣੇ ਮਨ ਦੇ ਵਿੱਚ ਇੰਨੇ ਡੂੰਘੇ ਪੱਧਰ 'ਤੇ ਗਏ, ਉਹ ਕਹਿੰਦੇ ਨੇ ਸਰੀਰ ਨਹੀਂ ਹੈ, ਮਿੱਟੀ ਹੈ। ਕਿੰਨਾ ਡੂੰਘਾ ਜਾਣਾ ਹੈ। ਕਹਿੰਦੇ ਇਸ ਸਰੀਰ ਨੂੰ ਨਾ ਸਜਾ, ਕਿਉਂ? ਇਹ ਮਿੱਟੀ ਹੈ। ਕਿਉਂ ਮਿੱਟੀ ਹੈ? ਕਿਉਂਕਿ ਪਹਿਲੀ ਇਹ ਮੰਨਦੇ ਨੇ, ਵਿਗਿਆਨੀ ਮੰਨਦੇ ਨੇ, ਕਹਿੰਦੇ ਸਾਚੇ ਤੇ ਪਵਨਾ ਪਿਆ। ਪਹਿਲਾਂ ਹਵਾ ਬਣਦੀ ਹੈ, ਹਵਾ ਤੋਂ ਜਲ ਬਣਦਾ ਹੈ, ਜਲ ਤੋਂ ਸਾਰੀ ਪ੍ਰਿਥਵੀ ਬਣੀ ਹੈ। ਜਲ ਦੇ ਵਿੱਚ ਹੌਲੀ ਹੌਲੀ ਜੀਵ ਪੈਦਾ ਹੁੰਦੇ ਨੇ, ਅੱਜ ਵੀ ਹੁੰਦੇ ਨੇ। ਪਰਮਾਤਮਾ ਦਾ ਐਸਾ ਹੁਕਮ ਹੈ, ਪਾਣੀ ਨੂੰ ਥੋੜ੍ਹਾ ਜ਼ਿਆਦਾ ਦਿਨ ਰੱਖ ਦਿਓ, ਉਹਦੇ ਅੰਦਰ ਕਾਈ ਬਣੇਗੀ, ਕਾਈ ਵਿੱਚ ਜੀਵ ਪੈਦਾ ਹੋਣਗੇ, ਜੀਵਾਂ ਦੇ ਨਾਲ ਹੌਲੀ ਹੌਲੀ ਰਿਐਕਸ਼ਨ ਹੁੰਦੇ, ਮਿੱਟੀ ਬਣ ਜਾਂਦੀ ਹੈ, ਵੱਧ ਵੱਧ ਜੀਵ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹ ਤਾਂ ਅੱਜ ਵੀ ਕਰ ਸਕਦੇ ਹਾਂ ਅਸੀਂ। ਜਿਉਂ-ਜਿਉਂ ਮਨੁੱਖ ਨਾਮ ਵਿੱਚ ਜੁੜਦਾ ਹੈ, ਜੋਗ ਜੁਗਤ ਤਰੀਕਾ, ਜੁਗਤ ਦਾ ਮਤਲਬ ਤਰੀਕਾ, ਵਿਚਾਰ। ਸਿਆਣੇ ਕਈ ਅਰਥ ਕੱਢਦੇ ਨੇ, ਕਹਿੰਦੇ ਉਸ ਨੂੰ ਜ਼ਿੰਦਗੀ ਦੇ ਵਿੱਚ ਵਿਚਾਰਸ਼ੀਲ ਵੀ ਉਹ ਬਣ ਜਾਂਦਾ ਹੈ ਜਿਸ ਦੇ ਅੰਦਰ ਨਾਮ ਚੱਲ ਪੈਂਦਾ। ਕਿਉਂ? ਕਿਉਂਕਿ ਜਿਹੜੀਆਂ ਸਾਡੇ ਅੰਦਰ ਧੁਨਾਂ ਪਹਿਲਾਂ ਹੀ ਨੇ। ਹਰੇਕ ਮਨੁੱਖ ਪ੍ਰਿਥਵੀ 'ਤੇ
ਕੁਝ ਧੁਨਾਂ ਨੂੰ ਲੈ ਕੇ ਪੈਦਾ ਹੋਇਆ। ਉਹ ਧੁਨਾਂ ਸਾਡੇ ਅੰਦਰ ਹੀ ਨੇ, ਸਾਡੇ ਮਨ ਵਿੱਚ ਨੇ। ਉਹ ਤਰੰਗਾਂ, ਮੈਂ ਕਹਿ ਦਿਆਂ ਤਰੰਗਾਂ, ਉਹ ਤਰੰਗਾਂ ਹੀ ਨੇ। ਕਾਮ ਵੀ ਇੱਕ ਤਰੰਗ ਹੈ, ਲੋਭ ਵੀ ਇੱਕ ਤਰੰਗ ਹੈ। ਤਾਂ ਹੀ ਕਰਕੇ ਕ੍ਰੋਧ ਹਮੇਸ਼ਾ ਨਹੀਂ ਹੁੰਦਾ, ਤਰੰਗ ਪੈਦਾ ਹੁੰਦੀ ਹੈ, ਚਲੀ ਜਾਂਦੀ। ਜਿਵੇਂ ਸਮੁੰਦਰ ਦੇ ਅੰਦਰ ਲਹਿਰਾਂ ਪੈਦਾ ਹੁੰਦੀਆਂ ਨੇ, ਹਮੇਸ਼ਾ ਥੋੜ੍ਹੀ ਨਾ ਸਮੁੰਦਰ 'ਚ ਲਹਿਰਾਂ ਨੇ, ਨਹੀਂ, ਪੈਦਾ ਹੁੰਦੀਆਂ ਨੇ, ਮਿਟ ਜਾਂਦੀਆਂ ਨੇ। ਐਵੇਂ ਹੀ ਮਨੁੱਖ ਦੇ ਅੰਦਰ ਵੀ ਕਾਮ ਦੀ ਲੋਰ ਪੈਦਾ ਹੁੰਦੀ ਹੈ, ਲਹਿਰ ਡਿੱਗ ਜਾਂਦੀ ਹੈ। 2 ਮਿੰਟ ਕ੍ਰੋਧ ਆਉਂਦਾ ਹੈ, 2 ਮਿੰਟ ਦੇ ਵਿੱਚ ਹੀ ਜੋ ਕੁਝ ਹੋਣਾ ਹੋ ਜਾਂਦਾ ਹੈ। ਹੁਣ ਜਿਹੜੀ ਇਹ ਵਾਹਿਗੁਰੂ ਮੰਤਰ ਦੀ ਲਹਿਰ ਹੈ, ਤਰੰਗ ਹੈ, ਇਹ ਵੀ ਇੱਕ ਤਰੰਗ ਹੈ। ਇਹ ਤਰੰਗ ਉਹਨਾਂ ਤਰੰਗਾਂ ਨੂੰ ਮੱਧਮ ਪਾ ਦਿੰਦੀ ਹੈ ਅਤੇ ਅੰਦਰ ਗਿਆਨ ਪੈਦਾ ਕਰਦੀ ਹੈ। ਫਿਰ ਅੰਦਰ ਗਿਆਨ ਦੀਆਂ ਤਰੰਗਾਂ ਪੈਦਾ ਹੁੰਦੀਆਂ ਨੇ। ਕਿੱਡਾ ਹੁਣ ਡੂੰਘਾ ਵਿਚਾਰ ਹੈ, ਕਿੱਡਾ ਡੂੰਘਾ ਉਹਨਾਂ ਨੇ ਕਿਹਾ ਵੀ ਵਾਹਿਗੁਰੂ ਜਪਣ ਦੇ ਨਾਲ ਕੀ ਹੈ, ਅੰਦਰ ਤਰੰਗਾਂ ਪੈਦਾ ਹੁੰਦੀਆਂ ਨੇ। ਸਕਾਰਾਤਮਕ ਤਰੰਗਾਂ, ਨਕਾਰਾਤਮਕ ਨਹੀਂ। ਮਨੁੱਖ ਅੱਜ ਕਿਸੇ ਵੀ ਚੀਜ਼ ਨੂੰ ਵੇਖਦਾ ਹੈ, ਨਕਾਰਾਤਮਕ ਦ੍ਰਿਸ਼ਟੀ ਨਾਲ ਵੇਖਦਾ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹਦੇ ਮਨ ਵਿੱਚ ਇਹ ਵਿਚਾਰ ਨਹੀਂ ਆਉਂਦਾ ਮੈਂ ਇਹਦੇ ਵਿੱਚ ਕਾਮਯਾਬ ਹੋਵਾਂਗਾ। ਪਹਿਲਾਂ ਇਹ ਵਿਚਾਰ ਹੈ ਮੈਂ ਫੇਲ ਹੀ ਹੋਵਾਂਗਾ, ਮੇਰੇ ਤੋਂ ਕਿੱਥੇ ਹੋਣਾ। ਨਕਾਰਾਤਮਕ ਜਿਹੜੀ ਇਹ ਨਕਾਰਾਤਮਕ ਹੈ, ਨਿਰਾਸ਼ਾਵਾਦ ਹੈ, ਇਸ ਨੇ ਮਨੁੱਖ ਨੂੰ ਬਹੁਤ ਪਰੇਸ਼ਾਨ ਕੀਤਾ। ਇਸ ਕਰਕੇ ਕਹਿੰਦੇ ਨਾਮ ਰਤੇ ਪਾਵਹਿ ਮੋਖ ਦੁਆਰ। ਨਾਮ ਦੇ ਵਿੱਚ ਰੰਗਣ ਦੇ ਕਾਰਨ ਮਨੁੱਖ ਨੂੰ ਮੁਕਤੀ ਦਾ ਦੁਆਰ ਪੈਦਾ ਮਿਲ ਜਾਂਦਾ ਹੈ। ਹੁਣ ਮੁਕਤੀ ਦਾ ਦੁਆਰ ਕੀ ਹੈ? ਵੈਸੇ ਇਹ ਸ਼ਬਦ 'ਤੇ ਇੰਨੀ ਲੰਮੀ ਅਸੀਂ ਵਿਆਖਿਆ ਨਹੀਂ ਕਰਾਂਗੇ। ਮੁਕਤੀ ਕੀ ਹੈ? ਮੁਕਤੀ ਜਿਵੇਂ ਇੱਕ ਕੈਦੀ ਹੋਏ ਨਾ, ਕੈਦੀ ਜੇਲ੍ਹ ਦੇ ਵਿੱਚ ਹੋਏ, ਉਹਦੇ ਬੇੜੀਆਂ ਬੰਨੀਆਂ ਹੋਣ, ਜਿਸ ਦਿਨ ਉਹਦੀ ਸਜ਼ਾ ਖਤਮ ਹੁੰਦੀ ਹੈ ਨਾ, ਜੇਲਰ ਕਹੇਗਾ ਇਸ ਨੂੰ ਮੁਕਤ ਕਰ ਦਿਓ। ਕਿਹੜੀਆਂ ਚੀਜ਼ਾਂ ਤੋਂ? ਬੇੜੀਆਂ ਤੋਂ। ਆਪਾਂ ਬੜੀ ਵਾਰੀ ਇਹ ਸ਼ਬਦ ਮਿਲੇ, ਸ਼ਬਦ ਸੁਣਿਆ, ਸਾਨੂੰ ਮੁਕਤੀ ਚਾਹੀਦੀ ਹੈ, ਪਰ ਯਾਦ ਰੱਖਣਾ ਮੁਕਤੀ ਕਿਸ ਚੀਜ਼ ਤੋਂ ਚਾਹੀਦੀ ਹੈ ਇਹ ਤੇ ਪਤਾ ਹੋਏ ਨਾ। ਰੋਜ਼ ਕਿੰਨੇ ਮੁਕਤੀ ਚਾਹੀਦੀ ਹੈ, ਕਿਹੜੀ ਚੀਜ਼ ਤੋਂ? ਮੈਂ ਮੁਕਤ ਹੋ ਜਾਵਾਂਗਾ, ਬਾਣੀ ਪੜਾਂਗਾ, ਕਿਹੜੀ ਚੀਜ਼ ਤੋਂ? ਮੁਕਤ ਹੈ ਕੀ? ਜਦੋਂ ਤਾਈਂ ਮੁਕਤ ਦਾ ਪਤਾ ਹੀ ਨਹੀਂ ਕਿਹੜੀ ਚੀਜ਼ ਤੋਂ ਮੁਕਤ ਹੋਣਾ ਹੈ, ਉਦੋਂ ਤਾਈਂ ਤੇ ਫਿਰ ਜਿੰਨੇ ਵੀ ਪ੍ਰਯਤਨ ਕੀਤੇ ਨੇ ਸਾਰੇ ਨਿਸਫਲ ਨੇ। ਇੱਕ ਕੈਦੀ ਹੈ, ਉਸ ਨੂੰ ਪਤਾ ਹੈ ਮੈਂ ਆਪਣੇ ਸਰੀਰ ਨੂੰ ਮੁਕਤ ਕਰਨਾ ਹੈ ਬੇੜੀਆਂ ਤੋਂ। ਇਸ ਕਰਕੇ ਉਹ ਯਤਨ ਕੀਤੇ ਨੇ, ਲੋਕਾਂ ਨੂੰ ਕਿਹਾ ਉਹਦੀਆਂ ਬੇੜੀਆਂ ਕੱਟਤੀਆਂ ਨੇ। ਮਨੁੱਖ ਨੇ ਵੀ ਮੁਕਤ ਹੋਣਾ ਕਿਸ ਚੀਜ਼ ਤੋਂ? ਨਕਾਰਾਤਮਕ ਸੋਚ ਤੋਂ, ਮਾੜਿਆਂ ਵਿਚਾਰਾਂ ਤੋਂ। ਬਾਣੀ ਇਹਨੂੰ ਕਹਿੰਦੀ ਹੈ, ਕਹਿੰਦੇ ਜੰਜੀਰਾਂ ਕੀ ਨੇ? ਮੁਕਤੀ ਕੀ ਹੈ? ਔਗੁਣਾਂ ਤੋਂ ਮੁਕਤੀ ਪ੍ਰਾਪਤ ਕਰਨਾ, ਔਗੁਣਾਂ ਨੂੰ ਦੂਰ ਕਰ ਦੇਣਾ, ਇਹੀ ਤੇ ਮੁਕਤੀ ਹੈ। ਮਨੁੱਖ ਉਧਰ ਬਾਣੀ ਵੀ ਪੜ੍ਹ ਰਿਹਾ ਹੈ ਹਜ਼ਾਰਾਂ ਸਾਲਾਂ ਤੋਂ, ਮੈਂ ਇਵੇਂ ਕਹਿ ਦਿਆਂ ਬਾਣੀ ਵੀ ਪੜ੍ਹ ਰਿਹਾ, ਕ੍ਰੋਧ ਵੀ ਕਰ ਰਿਹਾ, ਫਿਰ ਹਜੇ ਤਾਈਂ ਮੁਕਤ ਤੇ ਨਹੀਂ ਹੋਇਆ। ਬਾਣੀ ਵੀ ਪੜ੍ਹ ਰਿਹਾ ਹੈ, ਲੋਭ ਵੀ ਕਰ ਰਿਹਾ, ਮੁਕਤ ਤੇ ਨਹੀਂ। ਫਿਰ ਮੁਕਤੀ ਕੈਸੀ? ਸਾਰੀ ਉਮਰ ਮਰਦੇ ਦਮ ਤਾਈਂ ਗਰਮ ਵੀ ਹੁੰਦਾ ਰਿਹਾ, ਕ੍ਰੋਧ ਵੀ ਕਰਦਾ ਰਿਹਾ, ਹੰਕਾਰ ਵੀ ਕਰਦਾ ਰਿਹਾ, ਲੋਭ ਵੀ ਕਰਦਾ ਰਿਹਾ, ਪਰ ਕਹੇ ਵੀ ਸਾਡਾ ਫਲਾਣਾ ਸੱਜਣ ਤੇ ਮੁਕਤ ਹੋ ਕੇ ਗਿਆ, ਨਹੀਂ, ਬੱਝਿਆ ਹੀ ਗਿਆ। ਮਨੁੱਖ ਜ਼ਿੰਦਗੀ ਦੇ ਵਿੱਚ ਬੱਝਾ ਹੀ ਜੰਮਦਾ ਹੈ ਔਰ ਬੱਝਾ ਹੀ ਚਲਾ ਜਾਏਗਾ। ਬੱਝਾ ਕਾਹਦੇ ਵਿੱਚ ਹੈ? ਆ ਮਾਇਆ ਨੇ ਬੰਨ੍ਹ ਲਿਆ, ਮੋਹ ਵਿੱਚ। ਮੋਹ ਨੇ ਐਸਾ ਬੰਨਿਆ ਹੋਇਆ ਹੈ, ਖਾਣਾ ਭੁੱਲ ਗਿਆ। ਮੈਂ ਤੇ ਇਹ ਆਪ ਜੀ ਦੇ ਸਾਹਮਣੇ ਇਹ ਗੱਲ ਨੂੰ ਰੱਖਾਂ, ਮੋਹ ਨੇ ਐਸਾ ਬੰਨ੍ਹ ਲਿਆ ਹੈ, ਪ੍ਰਿਥਵੀ ਦੀ ਸੁੰਦਰਤਾ ਹੀ ਨਹੀਂ ਵੇਖ ਰਹੀ। ਮੋਹ ਨੇ ਐਸਾ ਬੰਨ੍ਹ ਲਿਆ ਹੈ, ਸੂਰਜ ਚੜ੍ਹਦਾ ਹੈ, ਇਹਨੂੰ ਵੇਖ ਕੇ ਆਨੰਦ ਨਹੀਂ ਪੈਦਾ ਹੁੰਦਾ। ਕਿਉਂ? ਅੰਦਰ ਬੱਝਾ ਹੋਇਆ। ਸਾਡਾ ਜਿਹੜਾ ਧਿਆਨ ਹੈ ਉਹ ਐਸਾ ਪੱਕ ਗਿਆ ਹੈ ਮੋਹ ਦੇ ਵਿੱਚ, ਹੋਰ ਕਿਸੇ ਬੰਨੇ ਧਿਆਨ ਜਾਂਦਾ ਹੀ ਨਹੀਂ। ਗੰਭੀਰਤਾ ਦੇ ਨਾਲ ਕਿਸੇ ਚੀਜ਼ ਨੂੰ ਵੇਖਿਆ ਹੀ ਨਹੀਂ।
दिन चल रहा, रात एडा ध्यान मोह च गंभीर हो गया, पता ही नहीं लग्या जवानी तो बुढ़ेपा किवें आ गया, जिंदगी नहीं जीव सकिया। आप जी हैरान होंगे, किसी मनुख नूं पता करिए ना, जे कोई अज बजुर्ग है, उन्होंने मैं एक दिन पता कर रहा था कि बजुर्गों को मैं पता लगे है किवें ये अवस्था आ गई, कहते ना फिर यदा मतलब इन्हें जिंदगी जीवी नहीं है, कट्टी है। मनुख दुनिया ते समा कट रहे है, पास जिन्हों असीं शब्द समा पास कर रहे हैं। समय पास का मतलब पता है कौन करता है, समा पास कौन करता है, जिहड़ा बड़ा दुखदाई होए। कहते आम कहने आ कोई बजुर्ग नूं घर दे परेशान, कहते की कर रहे हैं, बस समा कट रहे हैं, क्यों परेशानी बड़ी है। जिहड़ा मनुख का समा कटिया जा रहा है, ਇਹਦਾ मतलब बहुत परेशान है, ਉਹਨੂੰ हल करवाना चाहिए अपना। मनुख मोह की जंजीर विच ऐसा वज्जा, इनू दुनिया के उत्ते आया किहदे वेस ते आया पता ही नहीं लगा। सारे का सारा ज्ञान, सारे का सारा विवेक खत्म ही हो गया। जिन्हों बाणी कहती है, इस जंजीर ने ये सारे गुण ही खत्म कर दिते। हर बिसरत तेरे गुण गलिया, सारे खत्म हो। जवानी आई सी, जवानी विच मोह लग गया खाण पीण के पदार्थों नाल, ऐसा खाण पीण के पदार्थों तो ध्यान जुड़िया, पता ही नहीं लग्या जवानी तो एवें गई, कोई ज्ञान नहीं। सिर्फ मैं इवें कह दिया, इहो जिहियां आदतां विच गई जिन्हां दा कोई लाभ ही नहीं होया। आपां जे वेखना अपनी जिंदगी च असीं कुछ प्राप्त किया है, फिर एक चीज़ साडे कोल है, अपने आप नूं कल वेखो। अपने इत्थे बैठे हाँ, कल दे विच लै जाओ, वेखो कल मैं जिंदगी च अपने आप लई कुछ किया है, वेखना। एक सवाल का जवाब आप जी नूं मिलेगा, मना तू कल अपना पेट भरन लई ते बहुत कुछ किया, ये मन नूं खाली कर लिया पेट भरन दे चक्कर, मन दे विचारां लई। एवें वेखना कि कल दी जिंदगी मेरी सकून भरी है सी। आप जी एक चीज़ पाओगे, जदों कल सी अज दी चिंता विच सी, अज फिर कल दी चिंता, कल भी चिंता विच गई, अज भी चिंता विच जाएगा। फिर जिंदगी जी थोड़ी ने कट्टी ते है। ये काहदा जीवना होया, ये तो बेड़ी च जीवना। ये एवें समझ लो एक कैदी उसनूं पता करे बेड़ियां लगियां होण, उन्होंने पूछया जाए तेरी जिंदगी, कहता कैसी है, 14 सालों तो बेड़ियां विच आ, एक ही जो मेरे वास्ते सूरज का कोई मतलब नहीं, मेरे वास्ते चंद्रमा का कोई मतलब नहीं। क्यों? क्योंकि बज्झा होया मुक्त नहीं आ। इस करके जदों मनुख जवानी विच हुंदा पढ़दा है, उदों मनुख एक बेड़ी विच बज्झा हुंदा, मैं वड्डा हो के आ कर देना है, वो बेड़ी विच बज्झा रहिंदा है, जवानी उस रहस विच खत्म हो जाती है। फिर जो उस तो अगे किते नौकरी लग जाता है, उस तो वड्डी दी उहदे विच ये नहीं वड्डी नहीं लगनी, पर घट्टो घट इस सोच नूं ते साइड च रख के तुरीए। जो कुछ कर रहे हैं जिंदगी दे विच घट्टो घट पता तो होए। कई बारी अज दे समय विच मनुख का ध्यान अपनियां मुश्किलों विच इन्ना गहरा हुंदा है, उधर मोटरसाइकिल चला रहा है, ध्यान किते होर गया हुंदा, एक्सीडेंट हो जाता, पता ही नहीं लगता, ध्यान उहदा इड्डा गहरा नहीं। एवें करके गुरबाणी इत्थे कहती है, मनुख ये चाहे कहते जदों नाम जपदा है ना मनुख, उहदे अंदर ऐसियां तरंगां पैदा हुंदियां ने ਜਿਹੜੀਆਂ ਇਹ ਬਾਹਰ ਦੀਆਂ ਨਕਾਰਾਤਮਕ ਤਰੰਗਾਂ ਨੇ ਇਹਨਾਂ ਨੂੰ ਕੱਟ ਦਿੰਦੀਆਂ ਨੇ। ਫਿਰ ਮਨੁੱਖ ਪੜ੍ਹਦਾ ਵੀ ਹੈ, ਪੜ੍ਹਨ ਵਿੱਚ ਵੀ ਆਨੰਦ ਹੁੰਦਾ ਹੈ। ਫਿਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਘਰ ਦੇ ਕੰਮ ਵੀ ਕਰਦਾ ਹੈ, ਕੰਮ ਕਰਨ ਵਿੱਚ ਵੀ ਆਨੰਦ ਹੁੰਦਾ। ਮੈਂ ਸ਼ਾਮ ਦੀ ਕਥਾ ਵਿੱਚ ਵੀ ਕਿਹਾ ਸੀ, ਜੇ ਜ਼ਿੰਦਗੀ ਦੇ ਵਿੱਚ ਵੇਖਣਾ ਹੈ ਨਾ ਕੋਈ ਕਿੰਨਾ ਕੁ ਖੁਸ਼ ਹੈ, ਉਹਦੇ ਚਿਹਰੇ ਤੋਂ ਪਤਾ ਲੱਗਦਾ ਹੈ। ਉਹਦੇ ਚਿਹਰੇ ਦਾ ਜਲਾਲ ਇਹ ਦੱਸ ਦਿੰਦਾ ਹੈ, ਉਹਦੇ ਚਿਹਰੇ ਦੀ ਰੌਣਕ ਇਹ ਦੱਸ ਦਿੰਦੀ ਹੈ ਇਹ ਕਿੰਨਾ ਕੁ ਖੁਸ਼ ਹੈ। ਕਿਉਂਕਿ ਆਪ ਜੀ ਕਦੀ ਵੇਖਣਾ ਮੁਰਦਿਆਂ ਦੇ ਚਿਹਰਿਆਂ 'ਤੇ ਚਮਕ ਨਹੀਂ ਹੁੰਦੀ। ਸੱਚਾਈ ਹੈ, ਮੁਰਦਿਆਂ ਦੇ ਚਿਹਰੇ ਆਪ ਨੂੰ ਆਕਰਸ਼ਿਤ ਨਹੀਂ ਕਰਨਗੇ। ਚਿਹਰਾ ਉਹ ਆਕਰਸ਼ਿਤ ਕਰੇਗਾ
ਜਿਸ ਦੇ ਵਿੱਚ ਕੋਈ ਨਾਮ ਦਾ ਪ੍ਰਕਾਸ਼ ਹੈ, ਆਪਣੇ ਅੰਦਰ ਉਹਨੇ ਆਪਣੀ એનર્ਜੀ ਨੂੰ, ਆਪਣੀ ਊਰਜਾ ਨੂੰ ਸਾਂਭਿਆ ਹੋਇਆ ਹੈ। ਪਰਮਾਤਮਾ ਨੇ ਸਾਡੇ ਅੰਦਰ ਊਰਜਾ ਪੈਦਾ ਕੀਤੀ ਹੈ ਨਾਮ ਦੀ। ਜੇ ਕਿਤੇ ਇਹਨੂੰ ਗਵਾ ਲਿਆ, ਊਰਜਾ ਖਤਮ ਹੋ ਜਾਏਗੀ। ਊਰਜਾ ਸਾਡੇ ਅੰਦਰ ਹੈ। ਸੋ ਜ਼ਿੰਦਗੀ ਦੇ ਅੰਦਰ ਅੱਜ ਦੇ ਵਿੱਚ ਵੇਖਣਾ, ਇਸ ਕਰਕੇ ਜਦੋਂ ਮਨੁੱਖ ਦੇ ਅੰਦਰੋਂ ਊਰਜਾ ਬਾਹਰ ਨਹੀਂ ਆਈ, ਬਾਹਰ ਚਿਹਰੇ ਤੇ ਰੌਣਕ ਨਹੀਂ ਆਈ, ਇਹਨੇ ਫਿਰ ਨਵੇਂ ਤਰੀਕੇ ਲੱਭੇ, ਬਾਹਰੀ ਤੌਰ ਤੇ ਕੁਛ ਨਾ ਕੁਛ ਚਿਹਰੇ ਤੇ ਲਾ ਕੇ ਚਿਹਰੇ ਨੂੰ ਚਮਕਾਉਣ ਦਾ ਤਰੀਕਾ ਲੱਭ ਲਿਆ। ਸ਼ਾਇਦ ਇਹਦੇ ਨਾਲ ਬਾਹਰੀ ਤੌਰ ਤੇ ਮੈਨੂੰ ਪਤਾ ਲੱਗੇ ਉਹ ਕਿੰਨੇ ਕੁ ਦਿਨ ਰਹੇਗਾ। ਸਵੇਰੇ ਉਹ ਚਿਹਰੇ ਤੇ ਲਾਇਆ ਜਾਂਦਾ ਹੈ, ਦੁਪਹਿਰ ਤੱਕ ਖਤਮ। ਪਰ ਗੁਰਬਾਣੀ ਵਿੱਚ ਇੱਕ ਸ਼ਬਦ ਹੁੰਦਾ ਹੈ, ਕਹਿੰਦੇ ਗੁਰਬਾਣੀ ਨਾਮ ਦਾ ਰੰਗ ਐਸਾ ਹੈ, ਅਗਰ ਮਨੁੱਖ ਸਵੇਰੇ ਤੇ ਸ਼ਾਮੀ ਜਪੇ, ਦਿਨ ਵਿੱਚ ਵੀ ਕਰਦਾ ਰਹੇ, ਉਹਦੇ ਚਿਹਰੇ ਤੇ ਐਸਾ ਰੰਗ ਚੜ੍ਹੇਗਾ, ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਨਾਮ ਰੰਗ ਤਿਸ ਕੋ ਲੱਗਾ ਜਿਸਕੇ ਵਡਤਾ। ਜਿਸ ਨੂੰ ਨਾਮ ਦਾ ਰੰਗ ਲੱਗ ਜਾਂਦਾ ਹੈ, ਉਹਦੇ ਚਿਹਰੇ ਦੀ ਰੌਣਕ ਹੀ ਕੁਝ ਹੋਰ ਹੁੰਦੀ ਹੈ। ਇਸ ਕਰਕੇ ਬਾਣੀ ਕਹਿੰਦੀ ਹੈ, ਨਾਮ ਰਤੇ ਪਾਵੇ ਮੋਖ ਦੁਆਰ। ਜਿਸ ਦਿਨ ਮਨੁੱਖ ਨਾਮ ਦੇ ਵਿੱਚ ਰਚ ਜਾਂਦਾ ਹੈ, ਜਿੰਨੀਆਂ ਵੀ ਨਕਾਰਾਤਮਕ ਸੋਚਾਂ ਨੇ, ਇਹਨਾਂ ਤੋਂ ਸਾਈਡ 'ਚ ਹੋ ਜਾਂਦਾ ਹੈ। ਸਕਾਰਾਤਮਕ ਸੋਚ ਅੰਦਰ ਪੈਦਾ ਹੁੰਦੀ ਹੈ। ਮਨੁੱਖ ਅੱਜ ਵਿੱਚ ਜਿਉਂਦਾ ਹੈ। ਅੱਜ ਵਿੱਚ ਆਪਾਂ ਜੇ ਕਹੀਏ ਨਾ ਮੇਰਾ ਕੱਲ ਠੀਕ ਹੋਏ, ਇੱਕ ਯਾਦ ਰੱਖਣਾ, ਕੱਲ ਜੋ ਕੁਝ ਹੋਣਾ ਹੈ, ਜ਼ਿੰਦਗੀ ਇੱਕ ਬੰਦ ਕਿਤਾਬ ਹੈ। ਜਦੋਂ ਖੁੱਲ੍ਹਣਾ ਹੈ ਉਦੋਂ ਹੀ ਪਤਾ ਲੱਗਣਾ ਕਿਹੜਾ ਪੰਨਾ ਖੁੱਲ੍ਹਣਾ ਹੈ ਔਰ ਉਸ ਪੰਨੇ ਤੇ ਲਿਖਿਆ ਕੀ ਹੈ। ਜ਼ਿੰਦਗੀ ਇੱਕ ਕਿਤਾਬ ਹੈ। ਅੱਜ ਦੇ ਵਿੱਚ ਅਸੀਂ ਜਿਉ ਰਹੇ ਹਾਂ, ਕੱਲ੍ਹ ਨੂੰ ਸਾਡੇ ਅਗਲੇ ਕਰਮਾਂ ਵਿੱਚ ਕੀ ਲਿਖਿਆ ਹੈ ਕਿਸੇ ਨੂੰ ਨਹੀਂ ਪਤਾ। ਪਿੱਛੇ ਅਸੀਂ ਜੋ ਲਿਖ ਆਏ ਹਾਂ ਉਹ ਗਿਆ, ਕੱਲ੍ਹ ਜੋ ਕੁਝ ਗਈ ਸੀ ਉਹ ਗਿਆ, ਅੱਗੇ ਜੋ ਆਉਣਾ ਉਹ ਪਤਾ ਨਹੀਂ। ਸਾਡੇ ਕੋਲ ਫਿਰ ਕੀ ਹੈ, ਹੁਣ ਹੈ ਅੱਜ। ਔਰ ਜਿਹਦਾ ਅੱਜ ਠੀਕ ਹੈ, ਯਾਦ ਰੱਖਣਾ ਉਹਦਾ ਕੱਲ੍ਹ 100% ਠੀਕ ਹੈ। ਜਿਹਨੇ ਅੱਜ ਪਰਮੇਸ਼ਰ ਦੇ ਨਾਮ ਨੂੰ ਜਪਿਆ, ਯਾਦ ਰੱਖਣਾ ਉਹਦਾ ਕੱਲ੍ਹ 100% ਠੀਕ ਹੈ। ਉਹਨੂੰ ਆਉਣ ਵਾਲੇ ਭਵਿੱਖ ਦੀ ਚਿੰਤਾ ਕਰਨ ਦੀ ਲੋੜ ਨਹੀਂ। ਕੀ ਕਰੇਗਾ ਭਵਿੱਖ ਦੀ ਚਿੰਤਾ ਕਰਾਂਗੇ? ਭਵਿੱਖ ਚਿੰਤਾ ਕਰਿਆ ਨਹੀਂ ਬਦਲਦਾ, ਭਵਿੱਖ ਚਿੰਤਨ ਕਰਿਆ ਬਦਲਦਾ ਹੈ, ਚਿੰਤਾ ਕਰਿਆ ਨਹੀਂ। ਤਾਂ ਹੀ ਬਾਣੀ ਕਹਿੰਦੀ ਚੇਤਨਾ ਹੀ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ। ਤੂੰ ਚਿੰਤਨ ਕਰ, ਚਿੰਤਾ ਨਾ ਕਰ। ਪਰਮੇਸ਼ਰ ਨੂੰ ਅੱਜ ਯਾਦ ਕਰ। ਹੁਣ ਆ ਸਾਹ ਆਇਆ ਆਪਣਾ, ਹੁਣ ਜਿਹੜਾ ਅਗਲਾ ਆਉਣਾ ਹੈ ਨਾ, ਹੁਣ ਬੈਠਿਆਂ ਵੀ ਅਗਲੇ ਸਾਹ ਦਾ ਸਾਨੂੰ ਨਹੀਂ ਪਤਾ, ਜੋ ਪਿੱਛੇ ਚੱਲ ਗਿਆ ਉਹਦਾ ਵੀ ਨਹੀਂ ਪਤਾ। ਇਸ ਕਰਕੇ ਜਿਹੜਾ ਹੁਣ ਆਇਆ ਹੈ ਨਾ, ਇਹਦਾ ਹੀ ਫਾਇਦਾ ਲਿਆ ਜਾਏ, ਇਹਦੇ ਥਰੂ ਹੀ ਨਾਮ ਨੂੰ ਕਿਹਾ ਜਾਏ। ਅਗਲਾ ਸਾਹ ਆਪਣੇ ਆਪ ਹੀ ਠੀਕ ਆਏਗਾ, ਕੱਲ੍ਹ ਆਪਣੇ ਆਪ ਚੰਗਾ ਹੋ ਜਾਏਗਾ ਜੇ ਅੱਜ ਚੰਗਾ। ਇਸ ਕਰਕੇ ਜ਼ਿੰਦਗੀ ਵਿੱਚ ਜੇ ਕੱਲ੍ਹ ਨੂੰ ਚੰਗਾ ਬਣਾਉਣਾ ਹੈ, ਜੇ ਪਰਲੋਕ 'ਤੇ ਹੀ ਮਨੁੱਖ ਨੇ ਠੀਕ ਰਹਿਣਾ ਹੈ, ਫਿਰ ਅੱਜ ਨੂੰ ਠੀਕ ਕਰੇ।